दोहरा अब है हकीकत मैं कहूँ, सुनो संत लाए प्रीत। अब है हकीकत मैं कहूँ, सुनो संत लाए प्रीत। भाई रतन सिंह जी पंगू खालਸੇ ने सरहंद ਨੂੰ ਜਿੱਤਿਆ, ਸਰਹੰਦ ਵਿੱਚ ਲੁੱਟ ਮਚਾਈ ਅਤੇ ਜੋੜ ਮੇਲਾ ਮਨਾਇਆ। ਕੁਝ ਸਮਾਂ ਖਾਲਸੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਬਤੀਤ ਕੀਤਾ ਅਤੇ ਫਿਰ ਉਸੇ ਤਰੀਕੇ ਨਾਲ ਸਰਕਾਰ ਦੀਆਂ ਵਧੀਕੀਆਂ ਕਾਰਨ ਖਾਲਸੇ ਨੂੰ ਮਾਝਾ ਇਲਾਕਾ ਛੱਡਣਾ ਪਿਆ ਅਤੇ ਫਿਰ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਜਾ ਕੇ ਸਮਾਂ ਬਤੀਤ ਕਰਨਾ ਪਿਆ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਅਬੇ ਹਕੀਕਤ ਮੈਂ ਕਹੂੰ, ਸੁਣੋ ਸੰਤ ਪ੍ਰੀਤ ਲਾਏ ਪ੍ਰੀਤ। हे ਸਤ ਸੰਗੀ ਜਣੋ, हे ਗੁਰਮੁਖ ਪਿਆਰਿਓ, ਮੈਂ ਤੁਹਾਨੂੰ ਹੁਣ ਉਹ ਹਕੀਕਤ ਦੱਸਣ ਲੱਗਾ ਹਾਂ, ਉਹ ਪ੍ਰਸੰਗ ਦੱਸਣ ਲੱਗਾ ਹਾਂ ਜਿਸ ਪ੍ਰਸੰਗ ਦੇ ਨਾਲ ਹਰੇਕ ਮਨੁੱਖ ਦਾ ਸਰੀਰ ਕੰਬ ਜਾਵੇਗਾ। ਮਨੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਮਨੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਭਾਈ ਮਨੀ ਸਿੰਘ ਜੀ ਨੇ ਕਿਵੇਂ ਸਿੱਖੀ ਸਿਦਕ ਦੇ ਨਾਲ ਨਿਭਾਇਆ ਅਤੇ ਮਹਾਨ ਸ਼ਹੀਦੀ ਨੂੰ ਪ੍ਰਾਪਤ ਕੀਤਾ। ਸਿੱਖਾਂ ਨੇ ਭਾਈ ਮਨੀ ਸਿੰਘ ਨੇ ਇਹ ਨਹੀਂ ਮੰਨੀ, ਸਰਕਾਰ ਦੀ ਗੱਲ ਅੱਗੇ ਚੁੱਕੇ ਨਹੀਂ, ਆਪਣੀ ਸਿੱਖੀ ਨੂੰ ਸਾਬਿਤ ਰੱਖਦਿਆਂ ਹੋਇਆ ਭਾਈ ਮਨੀ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹ ਪ੍ਰਸੰਗ ਹੁਣ ਭਾਈ ਰਤਨ ਸਿੰਘ ਜੀ ਦੱਸਣ ਲੱਗੇ ਹਨ। ਮਨੀ ਸਿੰਘ ਤੋਂ ਸੰਤ ਸੁਜਾਨ। ਸਭ ਤੋਂ ਪਹਿਲਾਂ ਭਾਈ ਰਤਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਬਾਰੇ ਦੱਸਦੇ ਹਨ। ਭਾਈ ਮਨੀ ਸਿੰਘ ਜੀ ਦਾ ਕਿਰਦਾਰ ਕਿੱਦਾਂ ਦਾ ਸੀ, ਉਹਨਾਂ ਦਾ ਜੀਵਨ ਕਿੱਦਾਂ ਦਾ ਸੀ, ਉਹ ਕਿਹੜੀ ਅਵਸਥਾ ਦੇ ਵਿੱਚ ਵਿਚਰ ਰਹੇ ਸਨ, ਉਸ ਬਾਰੇ ਦੱਸਦੇ ਹਨ। ਭਾਈ ਮਨੀ ਸਿੰਘ ਜੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਮਨੀ ਸਿੰਘ ਤੋਂ ਸੰਤ ਸੁਜਾਨ। ਸੁਜਾਨ ਤੋਂ ਭਾਵ ਕਿ ਪੂਰਨ ਬੁੱਧੀ ਵਾਲਾ, ਚੰਗੀ ਬੁੱਧੀ ਵਾਲਾ, ਸਿਆਣਾ ਬੰਦਾ। ਅਤੇ ਸੰਤ ਤੋਂ ਭਾਵ ਕਿ ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਮਨੁੱਖ ਦੀ ਸੁਰਤ ਸ਼ਬਦ ਦੇ ਵਿੱਚ ਭਿੱਜ ਜਾਂਦੀ ਹੈ। ਜਿਸ ਮਨੁੱਖ ਦੀ ਸੁਰਤ ਸ਼ਬਦ ਦੇ ਵਿੱਚ ਭਿੱਜ ਜਾਵੇ ਉਹਨੂੰ ਸੰਤ ਕਿਹਾ ਜਾਂਦਾ ਹੈ, ਉਹਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ, ਉਹਨੂੰ ਭਗਤ ਕਿਹਾ ਜਾਂਦਾ ਹੈ। ਭਾਵ ਕਿ ਉਸ ਅਵਸਥਾ ਵਿੱਚ ਪਹੁੰਚੇ ਹੋਏ ਆਦਮੀ ਦੇ ਲਈ ਜਾਂ ਮਨੁੱਖ ਦੇ ਲਈ ਉਹ ਪ੍ਰਮਾਤਮਾ ਸਤਿਗੁਰੂ ਜੀ ਨੇ ਅਨੇਕਾਂ ਨਾਮ ਵਰਤੇ ਹਨ। ਉਹਨੂੰ ਹੀ ਸਤਿਗੁਰੂ ਜੀ ਨੇ ਹੰਸ ਵੀ ਕਿਹਾ ਹੈ, ਉਹਨੂੰ ਸਤਿਗੁਰੂ ਜੀ ਨੇ ਪੰਚ ਵੀ ਕਿਹਾ ਹੈ, ਗੁਰਮੁਖ ਵੀ ਕਿਹਾ ਹੈ, ਸਾਧ ਵੀ ਕਿਹਾ ਹੈ, ਬ੍ਰਹਮ ਗਿਆਨੀ ਵੀ ਕਿਹਾ ਹੈ, ਭਗਤ ਵੀ ਕਿਹਾ ਹੈ। ਭਾਵ ਕਿ ਜਿਹੜਾ ਇਸ ਅਵਸਥਾ ਵਿੱਚ ਪਹੁੰਚ ਗਿਆ, ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਟਿਕਾ ਲਿਆ ਅਤੇ ਆਪਣੇ ਕਰਮ ਅਤੇ ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, ਉਹਨੂੰ ਸੰਤ ਕਿਹਾ ਜਾਂਦਾ ਹੈ, ਉਹਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ। ਤੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ, ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਇਸ ਅਵਸਥਾ ਦੇ ਵਿੱਚ ਪਹੁੰਚ ਕੇ ਪਰਮਾਤਮਾ ਦੇ ਵਿੱਚ ਜੀਵਤ ਅਮਰ ਰਹੀਏ ਅਭੇਦ ਹੋ ਗਏ, ਉਹ ਸੰਤ ਹਨ। ਬੇਸ਼ੱਕ ਆਪਾਂ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਕਹਿੰਦੇ ਹਾਂ, ਪਰ ਅਸਲ ਵਿੱਚ ਹੈ ਉਹ ਸੰਤ ਹੀ ਹੈ, ਅਸਲ ਵਿੱਚ ਉਹ ਭਗਤ ਹੀ ਹੈ, ਅਸਲ ਵਿੱਚ ਉਹ ਬ੍ਰਹਮ ਗਿਆਨੀ ਹੀ। ਕਿਉਂਕਿ ਨਾਮ ਵੱਖਰੇ ਵੱਖਰੇ ਹਨ, ਪਦਵੀਆਂ ਵੱਖਰੀਆਂ ਵੱਖਰੀਆਂ ਹਨ, ਪਰ ਸੁਰਤ ਦੀ ਜਿਹੜੀ ਖੇਡ ਹੈ ਉਹ ਇੱਕ ਹੀ ਹੈ। ਜਿਹੜਾ ਇਸ ਅਵਸਥਾ ਵਿੱਚ ਪਹੁੰਚ ਗਿਆ ਉਹ ਸੰਤ ਹੀ ਹੈ, ਉਹ ਭਗਤ ਹੀ ਹੈ, ਉਹ ਬ੍ਰਹਮ ਗਿਆਨੀ ਹੀ ਹੈ। ਕਿਉਂਕਿ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਲਿਬਾਸ ਜਿਹੜਾ ਸੰਤ ਨਹੀਂ ਹੈ। ਲਿਬਾਸ ਧਰਮ ਦਾ ਪਾ ਲੈਣਾ ਚੰਗੀ ਗੱਲ ਹੈ, ਪਰ ਲਿਬਾਸ ਧਰਮ ਦਾ ਪਾ ਕੇ ਇਹ ਕਹਿਣ ਲੱਗ ਪੈਣਾ ਮੈਂ ਸੰਤ ਬਣ ਗਿਆ ਹਾਂ, ਸਤਿਗੁਰੂ ਜੀ ਉਹਨੂੰ ਮਨਜ਼ੂਰ ਨਹੀਂ ਕਰਦੇ। ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ ਹੈ ਬਾਣੀ ਵਿੱਚ, ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੋਇਆ ਹੈ, ਟਿੱਪਣੀ ਕਰਦਿਆਂ ਹੋਏ ਉਹ ਕਹਿੰਦੇ ਹਨ, ਗੱਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਪੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਉਹਦੇ ਬਨਾਰਸ ਦੇ ਠੱਗਾਂ ਵਰਗੇ ਹਨ ਜਿਨ੍ਹਾਂ ਨੇ ਧਾਰਮਿਕ ਲਿਬਾਸ ਪਾਇਆ ਹੈ ਤੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ। ਕਿਉਂਕਿ ਸੰਤ ਦੀ ਜਦੋਂ ਪਰਿਭਾਸ਼ਾ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਸੰਤ ਅਸਲ ਵਿੱਚ ਉਹ ਹੈ ਜੋ ਸਾਸ ਗਰਾਸ ਨਾ ਵਿਸਰੈ,
ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੇ ਸੰਤ। ਉਹ ਪੂਰਨ ਸੰਤ ਹੈ ਜਿਹਨੂੰ ਸਾਹ ਦੇ ਨਾਲ ਵੀ ਪ੍ਰਮਾਤਮਾ ਚੇਤੇ ਆਉਂਦਾ ਹੈ, ਸਾਹ ਅੰਦਰ ਜਾਂਦਾ ਹੈ ਤਾਂ ਵੀ ਚੇਤੇ ਹੈ ਪ੍ਰਮਾਤਮਾ, ਸਾਹ ਬਾਹਰ ਆਉਂਦਾ ਹੈ ਤਾਂ ਵੀ ਪ੍ਰਮਾਤਮਾ ਚੇਤੇ ਹੈ। ਉਹ ਸੰਤ ਹੈ, ਉਹ ਮਨੁੱਖ ਸੰਤ ਹੈ ਜਿਹਦੀ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦੇ ਨਾਲ ਯਾਦ ਜੁੜੀ ਹੋਈ ਹੈ, ਜਿਹਦੀ ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ, ਉਹ ਸੰਤ ਹੈ। ਕਿਉਂਕਿ ਸੰਤ ਇੱਕ ਧਾਰਮਿਕ ਲੈਣ ਵਾਲਾ ਵੀ ਹੋ ਸਕਦਾ ਹੈ, ਸੰਤ ਇੱਕ ਵਪਾਰੀ ਵੀ ਹੋ ਸਕਦਾ ਹੈ, ਸੰਤ ਇੱਕ ਬਿਜ਼ਨਸਮੈਨ ਵੀ ਹੋ ਸਕਦਾ ਹੈ, ਸੰਤ ਇੱਕ ਦਿਹਾੜੀ ਕਰਨ ਵਾਲਾ ਵੀ ਹੋ ਸਕਦਾ ਹੈ, ਸੰਤ ਇੱਕ ਰੇੜੀ ਲਾਉਣ ਵਾਲਾ ਵੀ ਹੋ ਸਕਦਾ ਹੈ। ਭਾਵ ਕਿ ਜਿਹਦੀ ਅਵਸਥਾ, ਜਿਹਦੀ ਸੁਰਤ ਟਿਕ ਗਈ, ਜਿਹਦਾ ਮਨ ਟਿਕ ਗਿਆ, ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੋਵੇ, ਜਿਹਨੇ ਇਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਉਹ ਸੰਤ ਹੈ। ਪਰ ਜਿਹਨੇ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਕੀਤਾ ਤੇ ਧਾਰਮਿਕ ਲਿਬਾਸ ਪਾ ਕੇ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਕਹਿੰਦਾ ਉਹ ਸੰਤ ਹੈ, ਤੇ ਭਗਤ ਕਬੀਰ ਜੀ ਕਹਿੰਦੇ ਨਹੀਂ, ਉਹਦੇ ਬਨਾਰਸ ਦਾ ਠੱਗ ਵਰਗਾ ਹੈ, ਉਹਦੇ ਬਨਾਰਸ ਦਾ ਠੱਗਾ ਵਰਗਾ ਹੈ ਜਿਹੜਾ ਧਾਰਮਿਕ ਲਿਬਾਸ ਪਾ ਕੇ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ। ਕਿਉਂਕਿ ਸੰਤ ਕਮਾਈ ਦੇ ਨਾਲ ਬਣਿਆ ਜਾਂਦਾ ਹੈ, ਸੰਤ ਮਿਹਨਤ ਦੇ ਨਾਲ ਬਣਿਆ ਜਾਂਦਾ ਹੈ, ਤੇ ਜਿਹੜਾ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ ਅਤੇ ਓਟ ਆਸਰਾ ਪ੍ਰਮਾਤਮਾ ਦੇ ਰੱਖਦਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਸੰਤ ਬਣ ਜਾਂਦਾ ਹੈ, ਉਹ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਸੰਤ ਅਨੰਤ ਅੰਤਰ ਨਾਹੀ, ਉਹਦੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਵੀ ਫਰਕ ਨਹੀਂ, ਉਹ ਇੱਕ ਹੀ ਹਨ। ਸੰਤ ਤੇ ਪ੍ਰਮਾਤਮਾ ਉਹ ਇੱਕ ਹੀ ਹਨ, ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹਨ, ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਹਿ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਹਨ। ਜਿਹੜਾ ਇਸ ਅਵਸਥਾ ਵਿੱਚ ਪਹੁੰਚਿਆ ਹੈ ਉਹ ਐਵੇਂ ਨਹੀਂ ਪਹੁੰਚ ਗਿਆ ਕੱਲਾ ਲਿਬਾਸ ਪਾ ਲਿਆ, ਧਰਮ ਨੂੰ ਧਾਰਨ ਕਰ ਲਿਆ ਤੇ ਆਪਣੇ ਆਪ ਨੂੰ ਸੰਤ ਬਣਾ ਕੇ ਬੈਠ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਅਸਲ ਵਿੱਚ ਸੰਤ ਨੇ ਮਿਹਨਤ ਕੀਤੀ ਹੈ, ਉਹਨੇ ਆਪਣੇ ਜੀਵਨ ਨੂੰ ਕਮਾਇਆ ਹੈ, ਕਿਉਂਕਿ ਆਪਣੇ ਗਿਆਨ ਇੰਦਰੀਆਂ ਨੂੰ ਤੇ ਆਪਣੇ ਕਰਮ ਇੰਦਰੀਆਂ ਨੂੰ ਕਾਬੂ ਕਰਨਾ ਬੜਾ ਔਖਾ ਹੈ। ਇਹ ਜਿੰਨਾ ਚਿਰ ਇਹ ਕਾਬੂ ਨਹੀਂ ਹੁੰਦੇ ਉਹਨਾਂ ਚਿਰ ਤੱਕ ਨਾ ਸੰਤ ਬਣਿਆ ਜਾ ਸਕਦਾ ਹੈ, ਨਾ ਬ੍ਰਹਮ ਗਿਆਨੀ ਬਣਿਆ ਜਾ ਸਕਦਾ ਹੈ। ਭਾਵ ਕਿ ਉਹਨਾਂ ਚਿਰ ਤੱਕ ਮਨੁੱਖ ਇੱਕ ਵਿਕਾਰੀ ਜੀਵ ਹੀ ਹੈ, ਬੇਸ਼ੱਕ ਉਹਨੇ ਪਹਿਰਾਵਾ ਭਾਵੇਂ ਧਰਮ ਦਾ ਪਾਇਆ ਹੋਇਆ ਹੈ। ਭਾਈ ਗੁਰਦਾਸ ਨੇ ਕੁਝ ਉਦਾਹਰਨਾਂ ਦਿੱਤੀਆਂ ਹਨ। ਕਹਿੰਦੇ ਸੰਤ ਏਦਾਂ ਬਣਿਆ ਜਾਂਦਾ ਹੈ ਜਿਹੜਾ ਕਮਾਈ ਕਰਦਾ ਹੈ ਤੇ ਪ੍ਰਮਾਤਮਾ ਤੇ ਭਰੋਸਾ ਰੱਖਦਾ ਹੈ। ਉਹਨਾਂ ਨੇ ਪਹਿਲੀ ਉਦਾਹਰਨ ਦਿੱਤੀ, ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟਕੈ, ਤਾਤੇ ਹੋਤ ਦੀਪਕ ਜਰਾਏ ਉਜਿਆਰੋ ਜੀ। ਭਾਈ ਗੁਰਦਾਸ ਜੀ ਕਹਿੰਦੇ ਸੰਤ ਤੇ ਉਹ ਤਿਲਾਂ ਦੇ ਤੇਲ ਵਰਗਾ ਹੈ, ਕਿਉਂਕਿ ਤਿਲਾਂ ਦੀ ਜਿਹੜੀ ਖੇਤੀ ਕਰਦੇ ਹਨ ਕਿਸਾਨ, ਉਹਨਾਂ ਨੂੰ ਪਤਾ ਹੈ ਕਿ ਤਿਲਾਂ ਦੀ ਕਿੰਨੀ ਕਮਾਈ ਹੈ ਤੇ ਕਮਾਈ ਤੋਂ ਬਾਅਦ ਜਿਹੜੇ ਤਿਲਾਂ ਦਾ ਤੇਲ ਬਣਦਾ ਹੈ ਤੇ ਫਿਰ ਕਿਤੇ ਜਾ ਕੇ ਉਹਦੇ ਵਿੱਚੋਂ ਚਾਨਣ ਨਿਕਲਦਾ ਹੈ, ਉਹ ਘਰ ਦੇ ਵਿੱਚ ਰੌਸ਼ਨੀ ਕਰਦਾ ਹੈ, ਕਿਉਂਕਿ ਉਹਨੂੰ ਜ਼ਮੀਨ ਦੇ ਵਿੱਚ ਛੱਟਾ ਦਿੱਤਾ ਜਾਂਦਾ ਹੈ। ਛੱਟਾ ਦੇ ਕੇ ਉਹਦੇ ਉੱਤੇ ਧੁੱਪਾਂ ਵੀ ਉਹ ਸਹਾਰਦਾ ਹੈ, ਉਹ ਮੀਂਹ ਵੀ ਸਹਾਰਦਾ ਹੈ, ਹਵਾ ਨੂੰ ਵੀ ਸਹਾਰਦਾ ਹੈ। ਇੰਨੇ ਕਸ਼ਟਾਂ ਤੋਂ ਬਾਅਦ ਜਦੋਂ ਉਹ ਪੇਡਾ ਤਿਆਰ ਹੁੰਦਾ ਹੈ, ਉਹਦੇ ਵਿੱਚ ਫਲ, ਉਹਦੇ ਵਿੱਚ ਆ ਕੇ ਜਿਹੜੇ ਬੀਜ ਪੈਂਦੇ ਹਨ, ਫਿਰ ਜੇ ਕਿਤੇ ਉਹ ਪੱਕਦਾ ਹੈ, ਪੱਕਣ ਤੋਂ ਬਾਅਦ ਜਿਹੜਾ ਉਹਦਾ ਤਿਲ ਹੈ, ਜਿਹੜਾ ਦਾਣਾ ਹੈ, ਉਹਨੂੰ ਕੋਲੂ ਦੇ ਵਿੱਚ ਪਾਇਆ ਜਾਂਦਾ ਹੈ, ਪੀੜਿਆ ਜਾਂਦਾ ਹੈ ਤੇ ਪੀੜਨ ਤੋਂ ਬਾਅਦ ਤੇਲ ਕੱਢਿਆ ਜਾਂਦਾ ਹੈ। ਤੇਲ ਕੱਢਣ ਤੋਂ ਬਾਅਦ ਫਿਰ ਉਹ ਕਿਤੇ ਘਰ ਦੇ ਵਿੱਚ ਦੀਵੇ ਵਿੱਚ ਪਾ ਕੇ ਜਾਂ ਕਿਸੇ ਬਰਤਨ ਵਿੱਚ ਪਾ ਕੇ ਘਰ ਦੇ ਵਿੱਚ ਚਾਨਣ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸੰਤ ਤੇ ਇੱਕ ਤਿਲ ਦੇ ਤੇਲ ਵਰਗਾ ਹੈ, ਜਿਨੇ ਆਪਣੇ ਉੱਤੇ ਦੁੱਖ ਵੀ ਸਹਾਰੇ, ਜਿਨੇ ਆਪਣੇ ਉੱਤੇ ਸੁੱਖ ਵੀ ਸਹਾਰੇ, ਜਿਨੇ ਆਪਣੇ ਸਰੀਰ ਉੱਤੇ ਲੋਕਾਂ ਦੀਆਂ ਗੱਲਾਂ ਨੂੰ ਵੀ ਸਹਾਰ ਲਿਆ। ਭਾਵ ਕਿ ਹਰੇਕ ਕਸ਼ਟ ਨੂੰ, ਹਰੇਕ ਮੁਸੀਬਤ ਦੇ ਨਾਲ ਉਹ ਜੂਝਿਆ ਤੇ ਇੰਨਾ ਜੂਝਿਆ ਉਹਨੇ ਹਾਰ ਨਹੀਂ ਮੰਨੀ। ਇੱਕ ਦਿਨ ਜੂਝਦਾ ਹੋਇਆ ਉਹ ਪ੍ਰਮਾਤਮਾ ਦਾ ਰੂਪ ਹੋ ਗਿਆ ਤੇ ਉਹਦੇ ਅੰਦਰ ਪ੍ਰਮਾਤਮਾ ਦਾ ਨਾਮ ਰੂਪੀ ਦੀਵਾ ਜਗ ਪਿਆ। ਭਾਵ ਕਿ ਸੰਤ ਦੀ ਕਮਾਈ ਹੈ, ਜਿਵੇਂ ਤਿਲ ਦੇ ਤੇਲ ਦੀ ਕਮਾਈ ਹੈ, ਉਸੇ ਤਰੀਕੇ ਨਾਲ ਸੰਤ ਦੀ ਕਮਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੇ, ਤਾਤੇ ਹੋਤ ਦੀਪਕ ਜਰਾਏ ਉਜਿਆਰੋ ਜੀ।
दूसरी उदाहरण दिंदे हन, जैसे रोम रोम कर काटिए अजाको तन, ताते तात बाजे राग रागनी सो प्यारो जी। भाई गुरदास जी कहते आ साज ਹਨ ਜਿਨ੍ਹਾਂ ਦੇ ਵਿੱਚੋਂ ਨਾਦ ਨਿਕਲਦਾ ਹੈ, ਨਾਦ ਤੋਂ ਭਾਵ ਕਿ ਆਵਾਜ਼ ਨਿਕਲਦੀ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਕੀਰਤਨ ਗਾਇਆ ਜਾਂਦਾ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਸੰਗੀਤ ਗਾਇਆ ਜਾਂਦਾ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਗਾਣੇ ਗਾਏ ਜਾਂਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦੀ ਕੁਝ ਕਮਾਈ ਹੈ ਤਾਂ ਇਹਨਾਂ ਵਿੱਚੋਂ ਆਵਾਜ਼ ਨਿਕਲਦੀ ਹੈ। ਇਹ ਸਿੱਧੇ ਹੀ ਬਣ ਨਹੀਂ ਗਏ ਤੇ ਆਵਾਜ਼ ਨਹੀਂ ਕੱਢਣ ਲੱਗ ਪਏ, ਅਸਲ ਵਿੱਚ ਇਹਨਾਂ ਨੇ ਕਮਾਈ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਬੱਕਰੀ ਹੈ, ਬੱਕਰੀ ਨੂੰ ਜਿਹੜਾ ਵਾ ਉਹ ਰੋਮ ਰੋਮ ਕਰਕੇ ਉਹਨੂੰ ਛਿਲਿਆ ਗਿਆ, ਉਹਨੂੰ ਜਿਹੜਾ ਵਾ ਪਾੜਿਆ ਗਿਆ, ਉਹਨੂੰ ਵੱਢਿਆ ਗਿਆ, ਉਹਦੇ ਵਿੱਚੋਂ ਉਹਦੀਆਂ ਆਂਦਰਾਂ ਕੱਟੀਆਂ ਗਈਆਂ, ਆਂਦਰਾਂ ਦੇ ਨਾਲ ਜਿਹੜੀਆਂ ਤਾਰਾਂ ਤਿਆਰ ਕੀਤੀਆਂ ਗਈਆਂ ਅਤੇ ਉਸ ਉਹਦੇ ਸਰੀਰ ਦੇ ਤਨ ਦੇ ਨਾਲ ਜਿਹੜਾ ਵਾ ਉਹ ਸਾਜ਼ ਬਣਿਆ। ਸਾਜ਼ ਬਣ ਤੋਂ ਬਾਅਦ ਉਹਨੇ ਫਿਰ ਜਿਹੜਾ ਆਵਾਜ਼ ਕੱਢੀ, ਭਾਵ ਕਿ ਸਾਜ਼ ਦੀ ਜਿਵੇਂ ਕਮਾਈ ਹੈ ਉਸੇ ਤਰੀਕੇ ਨਾਲ ਭਗਤ ਜਨ ਦੀ ਵੀ ਕਮਾਈ ਹੈ, ਸੰਤ ਮਹਾਂਪੁਰਸ਼ ਦੀ ਵੀ ਕਮਾਈ ਹੈ, ਜਿਨੇ ਬੰਦਗੀ ਕੀਤੀ ਹੈ, ਜਿਹੜਾ ਇਸ ਅਵਸਥਾ ਵਿੱਚ ਪਹੁੰਚਿਆ ਹੈ। ਜੈਸੇ ਰੋਮ ਰੋਮ ਕਰ ਕਾਟੀਏ ਅਜਾਕੋ ਤਨ, ਤਾਤੇ ਤਾਤ ਬਾਜੈ ਰਾਗ ਰਾਗਣੀ ਸੋ ਪਿਆਰੋ ਜੀ। ਤੇ ਅੰਤਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ, ਜੈਸੇ ਤੈਸੇ ਦੁਖ ਭੂਖ ਸੁਧ ਸਾਧਨਾ ਕੇ ਸਾਧ ਭਏ, ਤਾਤੇ ਹੋਤ ਜਗਤ ਨਿਸਤਾਰੋ ਜੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸੰਤ ਮਹਾਂਪੁਰਸ਼ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਤਿਲ ਨੇ ਕਮਾਈ ਕੀਤੀ ਤੇ ਤਿਲ ਪ੍ਰਗਟ ਹੋ ਕੇ ਚਾਨਣ ਕੀਤਾ, ਜਿਵੇਂ ਸਾਜ ਨੇ ਕਮਾਈ ਕੀਤੀ, ਬੱਕਰੀ ਦੀਆਂ ਆਂਦਰਾਂ ਦੇ ਨਾਲ ਸਾਜ ਬਣਿਆ ਤੇ ਆਪਣੇ ਵਿੱਚੋਂ ਨਾਦ ਦੀ ਆਵਾਜ਼ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ ਉਸੇ ਤਰੀਕੇ ਦੇ ਨਾਲ ਸੰਤ ਮਹਾਂਪੁਰਸ਼ ਨੇ ਦੁੱਖ ਨੂੰ ਹੰਢਾਇਆ, ਭੁੱਖ ਨੂੰ ਹੰਢਾਇਆ, ਦੁੱਖਾਂ ਨੂੰ ਹੰਢਾਇਆ, ਸਾਰੀਆਂ ਚੀਜ਼ਾਂ ਨੂੰ ਹੰਢਾਉਣ ਤੋਂ ਬਾਅਦ ਉਹ ਇਸ ਅਵਸਥਾ ਦੇ ਵਿੱਚ ਪਹੁੰਚਿਆ। ਤੇ ਇਸ ਅਵਸਥਾ ਦੇ ਵਿੱਚ ਪਹੁੰਚਣ ਦੇ ਨਾਲ ਜਿੰਨੇ ਵੀ ਉਹਦੀ ਸੰਗਤ ਕੀਤੀ ਉਹ ਆਪ ਤੇ ਤਰਿਆ ਹੀ ਤਰਿਆ, ਉਹਨੇ ਦੂਜੇ ਨੂੰ ਵੀ ਪਾਰ ਉਤਾਰਾ ਕਰਾ ਦਿੱਤਾ, ਉਹਨੇ ਦੂਜੇ ਦਾ ਵੀ ਉਧਾਰ ਕਰ ਦਿੱਤਾ, ਆਪਣਾ ਜੀਵਨ ਉਹਨੇ ਸਫਲਾ ਕੀਤਾ, ਨਾਲ ਨਾਲ ਉਹਨੇ ਦੂਸਰੇ ਦਾ ਜੀਵਨ ਵੀ ਸਫਲਾ ਕਰ ਦਿੱਤਾ। ਆ ਸੰਤ ਹੈ। ਸੰਤ ਪਹਿਰਾਵੇ ਦਾ ਨਾਮ ਨਹੀਂ, ਕਿਉਂਕਿ ਪਹਿਰਾਵੇ ਵਾਲਾ ਕਦੇ ਵੀ ਕਿਸੇ ਦਾ ਉਧਾਰ ਨਹੀਂ ਕਰ ਸਕਦਾ। ਉਧਾਰ ਹਮੇਸ਼ਾ ਹੀ ਬੰਦਗੀ ਵਾਲਾ ਕਰੇਗਾ, ਉਧਾਰ ਹਮੇਸ਼ਾ ਹੀ ਸੰਤ ਮਹਾਂਪੁਰਸ਼ ਹੀ ਕਰੇਗਾ ਜਿਨੇ ਕਮਾਈ ਕੀਤੀ ਹੈ। ਤੇ ਭਗਤ ਕਬੀਰ ਜੀ ਨੇ ਇਸੇ ਕਰਕੇ ਬਚਨ ਕਿਹਾ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੈ ਅਸੰਤ, ਮੈਂ ਲਾਗਰ ਭਯੰਗਮ ਭੇਟਿਓ ਤਾਂ ਸ਼ੀਤਲਤਾ ਨਾ ਤਜੰਤ। ਕਹਿੰਦੇ ਜਿਵੇਂ ਚੰਦਨ ਦੇ ਕੋਲ ਸੱਪ ਰਹਿੰਦਾ ਹੈ, ਸੱਪ ਉਹਨੂੰ ਚੱਟਦਾ ਵੀ ਹੈ, ਪਰ ਕਦੀ ਵੀ ਚੰਦਨ ਨੇ ਆਪਣਾ ਸੁਭਾਅ ਨਹੀਂ ਬਦਲਿਆ, ਉਹ ਖੁਸ਼ਬੂ ਦਿੰਦਾ ਹੀ ਦਿੰਦਾ ਹੈ। ਇਸੇ ਤਰੀਕੇ ਨਾਲ ਸੰਤ ਹੈ, ਉਹ ਕਮਾਈ ਕਰਦਾ, ਉਹਨੂੰ ਜਿੰਨੇ ਮਰਜ਼ੀ ਡਰਾਵੇ ਦਿੱਤੇ ਜਾਣ ਕਿ ਤੂੰ ਬੰਦਗੀ ਨਹੀਂ ਕਰਨੀ, ਤੂੰ ਕਿਸੇ ਨੂੰ ਜਿਹੜਾ ਕਿਸੇ ਦਾ ਉਧਾਰ ਨਹੀਂ ਕਰਨਾ। ਪਰ ਭਗਤ ਕਬੀਰ ਜੀ ਕਹਿੰਦੇ ਜਿਵੇਂ ਚੰਦਨ ਜਿਹੜਾ ਆਪਣਾ ਸੁਭਾਅ ਨਹੀਂ ਛੱਡਦਾ, ਉਸੇ ਤਰੀਕੇ ਨਾਲ ਸੰਤ ਮਹਾਂਪੁਰਸ਼ ਵੀ ਆਪਣਾ ਸੁਭਾਅ ਨਹੀਂ ਕਦੀ ਤਿਆਗੇਗਾ, ਉਹ ਦੂਜੇ ਦਾ ਪਾਰ ਉਤਾਰਾ ਕਰੇਗਾ ਹੀ ਕਰੇਗਾ, ਉਹ ਉਹਦੇ ਜੀਵਨ ਨੂੰ ਸਫਲਾ ਕਰੇਗਾ ਹੀ ਕਰੇਗਾ। ਹੁਣ ਅਗਲੀ ਬੇਨਤੀ, ਫਿਰ ਇਸ ਸੰਸਾਰ ਦੇ ਵਿੱਚ ਅਨੇਕਾਂ ਲੋਕ ਅਜਿਹੇ ਹਨ ਜਿਹੜੇ ਆਪਣੇ ਆਪ ਨੂੰ ਸੰਤ ਬਣਾ ਕੇ ਬੈਠੇ ਹਨ, ਪਰ ਆਮ ਮਨੁੱਖ ਜਿਹੜਾ ਕਿੱਦਾਂ ਪਛਾਣ ਕਰੇ ਕਿ ਸੰਤ ਅਸਲ ਵਿੱਚ ਆ ਹੈ। ਆ ਜਿਹੜਾ ਮਨੁੱਖ ਸੰਤ ਬਣ ਗਿਆ ਹੈ ਤੇ ਸਤਿਗੁਰੂ ਜੀ ਨੇ ਇਹਦਾ ਜਵਾਬ ਵੀ ਬਾਣੀ ਵਿੱਚ ਦਿੱਤਾ ਹੈ ਕਿ ਸੰਤ ਦੀ ਪਛਾਣ ਕਰਨੀ ਹੈ। ਫਿਰ ਇੱਕ ਕੰਮ ਕਰੀ, ਭਗਤ ਕਬੀਰ ਜੀ ਦਾ ਸ਼ਬਦ ਹੈ। ਭਗਤ ਕਬੀਰ ਜੀ ਕਹਿੰਦੇ ਜੇ ਸੰਤ ਦੀ ਪਛਾਣ ਕਰਨੀ ਆ ਫਿਰ ਇੱਕ ਕੰਮ ਕਰੀ, ਸੰਤ ਮਿਲੈ ਕਿਛ ਸੁਣੀਆਂ ਕਹੀਐ। ਕਹਿੰਦੇ ਸੰਤ ਦੀ ਜਾ ਕੇ ਸੰਗਤ ਕਰ, ਜਿਹੜਾ ਆਪਣੇ ਆਪ ਨੂੰ ਸੰਤ ਸਮਝ ਕੇ ਬੈਠਾ ਹੈ ਤੇ ਜਾਂ ਜਿਹੜਾ ਬੰਦਗੀ ਕਰਕੇ ਬੈਠਾ, ਕਮਾਈ ਕਰਕੇ ਬੈਠਾ, ਦੋਵਾਂ ਦੀ ਸੰਗਤ ਕਰ। ਜਦੋਂ ਸੰਗਤ ਕਰੇਗਾ ਉਹਦੇ ਨਾਲ ਵਿਚਾਰ ਵਟਾਂਦਰਾ ਕਰ, ਗੋਸ਼ਟ ਕਰ, ਗੱਲਾਂ ਕਰ। ਤੇ ਜਦੋਂ ਗੱਲਾਂ ਕਰੇਗਾ, ਜਿਹਦੀਆਂ ਗੱਲਾਂ ਦੇ ਵਿੱਚੋਂ ਤੈਨੂੰ ਅੰਦਰ ਨੂੰ ਸਕੂਨ ਮਿਲਣ ਲੱਗ ਪਿਆ, ਜਿਹਦੇ ਗੱਲਾਂ ਦੇ ਨਾਲ ਤੇਰੇ ਅੰਦਰ ਟਿਕਾ ਵੱਜਣ ਲੱਗ ਪਿਆ, ਭਗਤ ਕਬੀਰ ਜੀ ਕਹਿੰਦੇ ਸਮਝ ਲਈ ਉਹ ਸੰਤ ਹੈ। ਤੇ ਉਸ ਸੰਤ ਦੀ ਕਦੇ ਵੀ ਸੰਗਤ ਨਾ ਛੱਡੇ, ਕਿਉਂਕਿ ਉਸੇ ਸੰਗਤ ਉਸੇ ਸੰਤ ਨੇ ਤੇਰਾ ਪਾਰ ਉਤਾਰਾ ਕਰਨਾ ਹੈ। ਸੰਤ ਮਿਲੈ ਕਿਛ ਸੁਣੀਆਂ ਕਹੀਏ, ਤੇ ਨਾਲ ਹੀ ਕਹਿ ਦਿੱਤਾ ਮਿਲੈ ਅਸੰਤ
ਮਸਟ ਕਰ ਰਹੀਏ ਤੇ ਜਦੋਂ ਪਤਾ ਲੱਗ ਜਾਵੇ ਆ ਅਸੰਤ ਹੈ, ਇਹ ਕਮਾਈ ਵਾਲਾ ਨਹੀਂ, ਤੇ ਭਗਤ ਕਬੀਰ ਜੀ ਕਹਿੰਦੇ ਉਹ ਤੋਂ ਦੂਰ ਹੋ ਜੇ, ਕਿਉਂਕਿ ਉਹਨੇ ਆਪਣਾ ਵੀ ਬੇੜਾ ਗਰਕ ਕਰਨਾ ਹੈ ਤੇ ਉਹਨੇ ਤੇਰਾ ਵੀ ਬੇੜਾ ਗਰਕ ਕਰਕੇ ਰੱਖ ਦੇਣਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਮਣੀ ਸਿੰਘ ਤੋਂ ਸੰਤ ਸੁਜਾਨ। ਭਾਈ ਮਣੀ ਸਿੰਘ ਜੀ ਸੰਤ ਬਿਰਤੀ ਵਾਲੇ ਹਨ, ਉਹ ਪੁੱਗੇ ਹੋਏ ਹਨ, ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜੇ ਹੋਏ ਹਨ, ਉਹਨਾਂ ਦੀ ਸੁਰਤ ਸ਼ਬਦ ਦੇ ਵਿੱਚ ਭਿੱਜੀ ਹੋਈ ਹੈ। ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਦੋਂ ਸੰਤ ਦੇ ਅਰਥ ਕੀਤੇ ਹਨ, ਉਹ ਕਹਿੰਦੇ ਹਨ ਸੰਤ ਅਸਲ ਵਿੱਚ ਉਹ ਹੈ ਜਿਨੇ ਆਪਣੇ ਮਨ ਦੇ ਵਲਵਲਿਆਂ ਨੂੰ, ਆਪਣੇ ਕਰਮ ਤੇ ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, ਉਹ ਬਿਰਤੀ ਦਾ ਨਾਮ ਸੰਤ ਹੈ। ਸਤਿਗੁਰੂ ਜੀ ਕਹਿੰਦੇ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਉਹ ਸੰਤ ਹੈ ਜਿਹੜਾ ਇਸ ਅਵਸਥਾ ਦੇ ਵਿੱਚ ਪਹੁੰਚ ਗਿਆ, ਕਿਉਂਕਿ ਜਿਨੇ ਅੱਖਾਂ ਦੇ ਨਾਲ ਸਾਰੇ ਬੰਨੇ ਰੱਬ ਨੂੰ ਵੇਖਿਆ ਉਹ ਸੰਤ ਹੈ, ਜਿਨੇ ਕੰਨਾਂ ਦੇ ਨਾਲ ਸਾਰੇ ਬੰਨੇ ਰੱਬ ਦੀ ਗੱਲ ਨੂੰ ਸੁਣਿਆ ਉਹ ਸੰਤ ਹੈ, ਜਿਨੇ ਆਪਣੀ ਰਸਨਾ ਦੇ ਨਾਲ ਮਿੱਠੇ ਬਚਨ ਬੋਲੇ ਉਹ ਸੰਤ ਹੈ। ਸਤਿਗੁਰੂ ਜੀ ਕਹਿੰਦੇ ਜਿਨੇ ਆਪਣੀ ਹੱਥਾਂ ਦੇ ਨਾਲ ਨੇਕ ਕਮਾਈ ਕੀਤੀ ਉਹ ਸੰਤ ਹੈ, ਜਿਨੇ ਪੈਰਾਂ ਦੇ ਨਾਲ ਚੱਲ ਕੇ ਗੁਰੂ ਦੀ ਸੰਗਤ ਕੀਤੀ, ਕਿਸੇ ਦਾ ਪਾਰ ਉਤਾਰਾ ਕੀਤਾ ਉਹ ਸੰਤ ਹੈ। ਕਿਉਂਕਿ ਗਿਆਨ ਇੰਦਰੀ ਤੇ ਕਰਮ ਇੰਦਰੀ ਇਹ ਕਾਬੂ ਹੋ ਗਏ ਤੇ ਮਨ ਦੇ ਵਿਚਾਰ ਜਿਹੜੇ ਬਲਬਲੇ ਕਾਬੂ ਵਿੱਚ ਹੋ ਗਏ, ਸਮਝ ਲਓ ਕਿ ਉਹ ਮਨੁੱਖ ਸੰਤ ਬਣ ਗਿਆ। ਮਣੀ ਸਿੰਘ ਤੋਂ ਸੰਤ ਸੁਜਾਨ। ਭਾਈ ਮਣੀ ਸਿੰਘ ਜੀ ਸੰਤ ਹਨ, ਉਹ ਸੰਤ ਬਿਰਤੀ ਵਾਲੇ ਹਨ, ਕਿਉਂਕਿ ਉਹ ਇਸ ਅਵਸਥਾ ਵਿੱਚ ਪਹੁੰਚੇ ਹੋਏ ਹਨ, ਉਹ ਸ੍ਰੇਸ਼ਟ ਬੁੱਧੀ ਵਾਲੇ ਹਨ। ਜਤੀ ਸਤੀ ਉਹ ਧਿਆਨੀ ਮਾਨ। ਜਤੀ ਸਤੀ ਔਰ ਧਿਆਨੀ ਮਾਨ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਭਾਈ ਮਣੀ ਸਿੰਘ ਜੀ ਜਤੀ ਹਨ, ਭਾਈ ਮਣੀ ਸਿੰਘ ਜੀ ਸਤੀ ਹਨ, ਉਹ ਧਿਆਨੀ ਹਨ ਅਤੇ ਉਹਨਾਂ ਦਾ ਮਾਣ ਵੀ ਸੰਸਾਰ ਦੇ ਵਿੱਚ ਪੂਰਾ ਹੈ, ਉਹਨਾਂ ਦੀ ਸ਼ੋਭਾ ਵੀ ਸੰਸਾਰ ਵਿੱਚ ਪੂਰੀ ਹੈ, ਕਿਉਂਕਿ ਹਰੇਕ ਸਿੱਖ ਉਹਨਾਂ ਦਾ ਸਤਿਕਾਰ ਕਰਦਾ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਸੰਗਤ ਕੀਤੀ ਤੇ ਗੁਰੂ ਦੀ ਸੰਗਤ ਕਰਕੇ ਆ ਮਾਣ ਵਡਿਆਈ ਹਾਸਲ ਕੀਤੀ, ਤੇ ਜਿਹਨੇ ਗੁਰੂ ਦੀ ਸੰਗਤ ਕਰਕੇ ਆ ਮਾਣ ਵਡਿਆਈ ਹਾਸਲ ਕਰ ਲਈ ਉਹਨੂੰ ਉਸਤਤ, ਉਹ ਜਿਹੜਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਹਦਾ ਸੰਸਾਰ ਵੀ ਜਿਹੜਾ ਉਸਤਤ ਹੀ ਕਰਦਾ ਹੈ, ਸੰਸਾਰ ਵੀ ਉਹਦੀ ਸ਼ੋਭਾ ਹੀ ਕਰਦਾ ਹੈ। ਭਾਈ ਮਣੀ ਸਿੰਘ ਜੀ ਜਤੀ ਹਨ, ਸਤੀ ਹਨ, ਉਹਨਾਂ ਦੇ ਗਿਆਨ ਕਰਮ ਇੰਦਰੀ ਕਾਬੂ ਵਿੱਚ ਹਨ, 1 ਲੱਖ ਦੇ ਪੱਕੇ ਹਨ, ਧਿਆਨੀ ਹਨ, ਉਹ ਹਮੇਸ਼ਾ ਆਪਣੇ ਅੰਤਰ ਧਿਆਨ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਹਨ, ਤੇ ਮਾਣ ਹੈ ਉਹਨਾਂ ਨੂੰ ਸੰਸਾਰ ਦੇ ਵਿੱਚ ਮਾਣ ਸ਼ੋਭਾ ਵਡਿਆਈ ਮਿਲੀ ਹੋਈ ਹੈ। ਭਾਈ ਰਤਨ ਸਿੰਘ ਜੀ ਭੰਗੂ ਭਾਈ ਮਣੀ ਸਿੰਘ ਜੀ ਦੀ ਸ਼ਖਸੀਅਤ ਬਾਰੇ ਦੱਸਦੇ ਹਨ ਕਿ ਭਾਈ ਮਣੀ ਸਿੰਘ ਜੀ ਆ ਸ਼ਖਸੀਅਤ ਦੇ ਮਾਲਕ ਹਨ, ਕਿਉਂਕਿ ਇਸ ਸ਼ਖਸੀਅਤ ਵਿੱਚ ਪਹੁੰਚਿਆ ਹੋਇਆ ਹੀ ਬੰਦ ਕਟਵਾ ਸਕਦਾ ਹੈ। ਇਸ ਸ਼ਖਸੀਅਤ ਦਾ ਮਾਲਕ ਹੀ ਤਤੀ ਤਵੀ ਤੇ ਬੈਠ ਸਕਦਾ ਹੈ, ਇਸ ਸ਼ਖਸੀਅਤ ਦਾ ਮਾਲਕ ਹੀ ਚੜਖੜੀ ਤੇ ਚੜ ਸਕਦਾ ਹੈ, ਇਸ ਸ਼ਖਸੀਅਤ ਦਾ ਮਾਲਕ ਹੀ ਆਪਣਾ ਖੋਪੜ ਉਤਾਰ ਸਕਦਾ ਹੈ। ਆਮ ਗੱਲਾਂ ਕਰਨ ਵਾਲੇ ਜਿਹੜੇ ਸੰਤ ਕਹਾਉਣ ਵਾਲੇ ਗੱਲਾਂ ਦੇ ਨਾਲ ਸੰਤ ਬਣੇ ਹਨ, ਉਹ ਜਿਹੜੇ ਅਜਿਹੇ ਕਾਰਨਾਮੇ ਨਹੀਂ ਕਰ ਸਕਦੇ, ਇਹ ਕਾਰਨਾਮੇ ਕੇਵਲ ਬੰਦਗੀ ਵਾਲੇ ਹੀ ਕਰ ਸਕਦੇ ਹਨ। ਤੇ ਭਾਈ ਮਣੀ ਸਿੰਘ ਜੀ ਉਹਨਾਂ ਨੇ ਜਿਹੜਾ ਇਹ ਸਾਰਾ ਕੁਝ ਕਰਕੇ ਵਿਖਾਇਆ, ਕਿਉਂਕਿ ਉਹਨਾਂ ਦਾ ਬੰਦ ਕਰਕੇ ਸ਼ਹੀਦ ਹੋਇਆ ਹੈ। ਜਿਹੜੇ ਪ੍ਰਸੰਗ ਬਾਰੇ ਭਾਈ ਰਤਨ ਸਿੰਘ ਜੀ ਦੱਸ ਰਹੇ ਹਨ, ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂ ਕਿਵੇਂ ਭਾਈ ਮਣੀ ਸਿੰਘ ਜੀ ਨੂੰ ਬੰਦ ਕਟਾਇਆ, ਕਿਵੇਂ ਭਾਈ ਮਣੀ ਸਿੰਘ ਨੇ ਇੱਕ ਮਹਾਨ ਸ਼ਹੀਦੀ ਦਿੱਤੀ, ਏਡੀ ਕੁਰਬਾਨੀ ਦਿੱਤੀ, ਕਿਉਂਕਿ ਉਹਨਾਂ ਨੇ ਕਮਾਈ ਕੀਤੀ ਸੀ, ਉਹ ਸੰਤ ਸਨ, ਉਹ 1 ਲੱਖ ਦੇ ਪੱਕੇ ਸਨ, ਉਹ ਅੰਤਰ ਧਿਆਨ ਸਨ। ਭਾਈ ਰਤਨ ਸਿੰਘ ਜੀ ਭੰਗੂ ਭਾਈ ਮਣੀ ਸਿੰਘ ਜੀ ਦੀ ਸ਼ਖਸੀਅਤ ਬਾਰੇ ਦੱਸਦੇ ਹਨ। ਅਗਲੇਰੇ ਪ੍ਰਸੰਗ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।